Hello, welcome all in this online series of lectures on fluid mechanics, and today we are having our lecture 2. Today we are going to discuss different properties of fluid like mass density, specific weight, specific gravity, viscosity, surface tension, cohesion and adhesion, capillarity, vapor pressure and compressibility. ਹੁਣ ਆਪਾਂ ਸਟਾਰਟ ਕਰੀਏ ਸਭ ਤੋਂ ਪਹਿਲੀ ਪ੍ਰੋਪਰਟੀ that is mass density. ਇਸ ਨੂੰ ਆਪਾਂ ਰੋ ਨਾਲ ਡਿਵਾਈਨ ਕਰਦੇ ਹਾਂ। ਇਹ ਕੀ ਹੁੰਦਾ ਹੈ? ਮਾਸ ਆਫ ਫਲੂਇਡ ਡਿਵਾਈਡਡ ਬਾਏ ਵੋਲਿਊਮ ਆਫ ਫਲੂਇਡ। ਹੁਣ ਜਿਵੇਂ ਕਿ ਸਾਨੂੰ ਪਤਾ ਹੈ ਮਾਸ ਆਫ ਫਲੂਇਡ ਦੇ ਯੂਨਿਟ ਜਾਂ ਤੇ ਗ੍ਰਾਮ ਜਾਂ kg, ਵੋਲਿਊਮ ਆਫ ਫਲੂਇਡ ਦੇ ਯੂਨਿਟ ਸੈਂਟੀਮੀਟਰ ਕਿਊਬ ਜਾਂ ਮੀਟਰ ਕਿਊਬ, ਤੇ ਰੋ ਦੇ ਯੂਨਿਟ ਕੀ ਹੋਣਗੇ? ਗ੍ਰਾਮ ਪਰ ਸੈਂਟੀਮੀਟਰ ਕਿਊਬ ਔਰ kg ਪਰ ਮੀਟਰ ਕਿਊਬ। ਹੁਣ ਸਾਨੂੰ ਇਸ ਦੇ ਵਿੱਚ ਵਾਟਰ ਦੀ ਡੈਂਸਿਟੀ ਜ਼ਰੂਰ ਪਤਾ ਹੋਣੀ ਚਾਹੀਦੀ ਹੈ। ਵਾਟਰ ਦੀ ਡੈਂਸਿਟੀ ਹੁੰਦੀ ਹੈ 1 ਗ੍ਰਾਮ ਪਰ ਸੈਂਟੀਮੀਟਰ ਕਿਊਬ ਜਾਂ 1000 kg ਪਰ ਮੀਟਰ ਕਿਊਬ। ਇਸ ਦਾ ਮਤਲਬ ਕੀ ਹੈ? ਜੇ 1 ਮੀਟਰ ਕਿਊਬ ਦਾ ਵੋਲੀਅਮ ਹੋਏਗਾ ਤਾਂ ਉਸ ਦੇ ਵਿੱਚ 1000 ਕਿਲੋ ਪਾਣੀ ਆ ਜਾਏਗਾ ਐਟ ਸਟੈਂਡਰਡ ਪ੍ਰੈਸ਼ਰ ਐਂਡ ਸਟੈਂਡਰਡ ਟੈਂਪਰੇਚਰ। ਨੈਕਸਟ ਡੈਫੀਨੇਸ਼ਨ ਹੈ ਆਪਣੇ ਕੋਲ ਸਪੈਸੀਫਿਕ ਵੇਟ ਔਰ ਵੇਟ ਡੈਂਸਿਟੀ। ਇਸ ਨੂੰ ਆਪਾਂ ਸਮੋਲ w ਨਾਲ ਰਿਪਰੈਜ਼ੈਂਟ ਕਰਦੇ ਹਾਂ। ਇਹ ਕੀ ਹੁੰਦਾ ਹੈ? ਵੇਟ ਆਫ ਫਲੂਇਡ ਡਿਵਾਈਡਡ ਬਾਏ ਵੋਲੀਅਮ ਆਫ ਫਲੂਇਡ। ਜਿਵੇਂ ਕਿ ਆਪਾਂ ਜਾਣਦੇ ਹਾਂ ਵੇਟ ਆਫ ਫਲੂਇਡ ਕਿਹਦੇ ਬਰਾਬਰ ਹੁੰਦਾ ਹੈ ਜੀ? ਮਾਸ ਆਫ ਫਲੂਇਡ ਇਨਟੂ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਦੈਟ ਇਜ਼ ਸਮੋਲ g। ਜੇ ਆਪਾਂ ਇਸ ਨੂੰ ਇਸ ਤਰ੍ਹਾਂ ਲਿਖੀਏ ਮਾਸ ਆਫ ਫਲੂਇਡ ਇਨਟੂ g ਡਿਵਾਈਡਡ ਬਾਈ ਵੋਲੀਅਮ ਆਫ ਫਲੂਇਡ, ਇਹ ਵੀ ਸੇਮ ਇਕੁਏਸ਼ਨ ਹੈ। ਅਤੇ ਸਾਨੂੰ ਪਤਾ ਹੈ ਕਿ ਮਾਸ ਆਫ ਫਲੂਇਡ ਡਿਵਾਈਡਡ ਬਾਈ ਵੋਲੀਅਮ ਆਫ ਫਲੂਇਡ ਇਸ ਇਕੁਏਸ਼ਨ ਦੇ ਅਕੋਰਡਿੰਗ ਕੀ ਹੈ ਜੀ? ਰੋ। ਅਤੇ ਇਸ ਟਰਮ ਨੂੰ ਆਪਾਂ ਰਿਪਲੇਸ ਕਰਾਂਗੇ ਰੋ ਦੇ ਨਾਲ, ਅਤੇ ਕੀ ਆ ਜਾਏਗਾ ਸਾਡੇ ਕੋਲ ਫਾਰਮੂਲਾ? w ਇਜ਼ ਇਕਲ ਟੂ ਰੋ ਜੀ। ਹੁਣ ਕੀ ਹੈ, ਜੇ ਕੁਛ ਨਾ ਸਮਝ ਆਏ ਤੁਸੀਂ ਕੀ ਕਰਨਾ ਹੈ? ਵੀਡੀਓ ਨੂੰ ਪੌਜ਼ ਕਰਨਾ ਹੈ, ਪੂਰੀ ਡੈਫੀਨੇਸ਼ਨ ਦੇਖਣੀ ਹੈ, ਕਾਪੀ ਪੈਨ ਰੱਖਣਾ ਹੈ ਆਪਣੇ ਕੋਲ, ਅਤੇ ਡੈਰੀਵੇਸ਼ਨ ਖੁਦ ਡਰਾਈਵ ਕਰਨੀ ਹੈ। ਨੈਕਸਟ ਇਸ ਦੇ ਵਿੱਚ ਨੂਮੈਰੀਕਲਸ ਵੀ ਆਉਣਗੇ। ਤੁਸੀਂ ਕੀ ਕਰਨੀ ਕੋਸ਼ਿਸ਼ ਕਿ ਸਟੇਟਮੈਂਟ ਵੀਡੀਓ ਤੋਂ ਦੇਖਣੀ ਹੈ ਅਤੇ ਨੂਮੈਰੀਕਲ ਪਹਿਲਾਂ ਖੁਦ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ। ਜੇ ਕੁਛ ਸਮਝ ਨਾ ਆਏ ਜਾਂ ਕੋਈ ਪ੍ਰੋਬਲਮ ਆਏ ਫਿਰ ਤੁਸੀਂ ਵੀਡੀਓ ਵੱਲ ਦੇਖਣਾ। ਇਸ ਤਰ੍ਹਾਂ ਹੀ ਜੇ ਆਪਾਂ ਸਟੱਡੀ ਕਰਾਂਗੇ ਤਾਂ ਇੱਕ ਵਧੀਆ ਇੰਟਰੈਕਟਿਵ ਸੈਸ਼ਨ ਹੋਏਗਾ, ਨਹੀਂ ਤਾਂ ਇਸ ਦਾ ਤੁਹਾਨੂੰ ਜ਼ਿਆਦਾ ਫਾਇਦਾ ਨਹੀਂ ਹੋਣ ਵਾਲਾ। ਨੈਕਸਟ ਡੈਫੀਨੇਸ਼ਨ ਹੈ ਜੀ ਆਪਣੇ ਕੋਲ ਸਪੈਸੀਫਿਕ ਵੋਲੀਅਮ। ਸਪੈਸੀਫਿਕ ਵੋਲੀਅਮ ਦਾ ਕੀ ਫਾਰਮੂਲਾ ਹੈ ਜੀ? ਵੋਲੀਅਮ ਆਫ ਫਲੂਇਡ ਡਿਵਾਈਡਡ ਬਾਏ ਮਾਸ ਆਫ ਫਲੂਇਡ। ਜੇ ਅਸੀਂ ਇਸ ਇਕੁਏਸ਼ਨ ਨੂੰ ਰੀਅਰੇਂਜ ਕਰਕੇ ਲਿਖੀਏ ਮੈਥੇਮੈਟੀਕਲੀ 1 ਅਪੋਨ ਮਾਸ ਆਫ ਫਲੂਇਡ ਡਿਵਾਈਡਡ ਬਾਏ ਵੋਲੀਅਮ ਆਫ ਫਲੂਇਡ, ਇਹ ਵੀ ਸੇਮ ਹੀ ਇਕੁਏਸ਼ਨ ਹੈ। ਅਤੇ ਸਾਨੂੰ ਪਤਾ ਹੈ ਮਾਸ ਆਫ ਫਲੂਇਡ ਡਿਵਾਈਡਡ ਬਾਏ ਵੋਲੀਅਮ ਆਫ ਫਲੂਇਡ ਜੋ ਹੈ ਉਹ ਰੋ ਦੇ ਬਰਾਬਰ ਹੈ। ਅਤੇ ਸਪੈਸੀਫਿਕ ਵੋਲੀਅਮ ਜਿਹੜਾ ਹੈ ਉਹ ਸਾਡਾ ਆ ਜਾਏਗਾ 1 ਬਾਏ ਰੋ ਦੇ ਬਰਾਬਰ। ਜੇ ਤੁਹਾਨੂੰ ਰੋ ਪਤਾ ਹੈ, ਸਪੈਸੀਫਿਕ ਵੋਲੀਅਮ ਪੁੱਛਿਆ ਅਤੇ 1 ਬਾਏ ਰੋ ਕਰੋ, ਸਪੈਸੀਫਿਕ ਵੋਲੀਅਮ ਆ ਜਾਏਗਾ। ਜੇ ਤੁਹਾਨੂੰ ਵੋਲੀਅਮ ਪਤਾ ਹੈ, ਮਾਸ ਆਫ ਫਲੂਇਡ ਪਤਾ ਹੈ, ਤਾਂ ਸਪੈਸੀਫਿਕ ਵੋਲੀਅਮ ਤੁਸੀਂ ਕੱਢਣਾ ਹੈ ਤਾਂ ਤੁਸੀਂ ਸਿੰਪਲ ਫਾਰਮੂਲਾ ਵੀ ਲਗਾ ਸਕਦੇ ਹੋ, ਜਿਸ ਤਰ੍ਹਾਂ ਮਰਜ਼ੀ ਲਗਾ ਸਕਦੇ ਹੋ। ਮੈਥੇਮੈਟਿਕਸ ਹੈ, ਜਿੱਦਾਂ ਤੁਹਾਨੂੰ ਸੂਟੇਬਲ ਲੱਗਦਾ ਹੈ। ਨੈਕਸਟ ਹੈ ਜੀ ਸਪੈਸੀਫਿਕ ਗ੍ਰੈਵਿਟੀ ਔਰ ਰਿਲੇਟਿਵ ਡੈਂਸਿਟੀ। ਇਹ ਕੀ ਹੈ? weight density of fluid divided by weight density of standard fluid। ਇਸ ਦਾ ਕੀ ਮਤਲਬ ਹੈ ਕਿ ਸਟੈਂਡਰਡ ਫਲੂਇਡ ਦੇ ਮੁਕਾਬਲੇ ਸਾਡਾ ਜੋ ਫਲੂਇਡ ਹੈ ਉਹ ਕਿੰਨੇ ਗੁਣਾ ਭਾਰਾ ਹੈ। ਜਿਵੇਂ ਮੰਨ ਲਓ ਕਿ ਜੇ ਸਪੈਸੀਫਿਕ ਗ੍ਰੈਵਿਟੀ 2 ਹੈ, ਇਸ ਦਾ ਮਤਲਬ ਕੀ ਹੈ? ਜੋ ਵੀ ਸਾਡਾ ਸਟੈਂਡਰਡ ਫਲੂਇਡ ਹੈ ਉਸ ਤੋਂ ਦੁੱਗਣਾ ਭਾਰ ਹੈ ਜੀ, ਉਹਦਾ ਦੁੱਗਣੀ ਡੈਂਸਿਟੀ ਹੈ। ਅਤੇ
स्टैंडर्ड फ्लूइड की है, जे आपां लिक्विड्स की गल करिए तो जिहड़ा वाटर है उसनूं आपां की मनने हाँ स्टैंडर्ड फ्लूइड मनने हाँ। जिमें कि इस डेफिनेशन च लिखा है, देखो, फॉर लिक्विड्स द स्टैंडर्ड फ्लूइड इज़ टेकन एज वाटर एंड फॉर गैसिज द स्टैंडर्ड फ्लूइड इज़ टेकन एज एयर। जी वो गैस है, जे आपां गैस की स्पैसिफिक ग्रैविटी फाइंड कर रहे हाँ तो स्टैंडर्ड फ्लूइड की आएगा जी अपना एयर आएगा। वेट डेंसिटी की आएगी एयर दी आएगी जी नीचे वाले पार्ट दे विच। हुण नैक्सट साडे कोल एक न्यूमेरिकल प्रॉब्लम है, वैरी सिंपल प्रॉब्लम, दैट इज़ कैलकुलेट द स्पैसिफिक वेट डेंसिटी एंड स्पैसिफिक ग्रैविटी ऑफ 1 लीटर ऑफ लिक्विड विच वेज 7 न्यूटन। हुण पुछदे की ने, स्पैसिफिक वेट पुछते ने, डेंसिटी पुछते ने एंड स्पैसिफिक ग्रैविटी पुछते ने ऑफ 1 लीटर ऑफ लिक्विड। इसका मतलब उन्होंने तुहानू वॉल्यूम गिवन दिता है, दैट 1 लीटर ऑफ आ लिक्विड, तो उसका विच वेज 7 न्यूटन। इसका मतलब की है, तुहानू वेट भी गिवन है, तो की गिवन है आपां नू, एक तो वेट गिवन है 7 न्यूटन, तो वॉल्यूम गिवन है 1 लीटर। हुण कुछ कन्वर्जनस सानू पता होनियां चाहिए, जिमें कि 1 मीटर क्यूब इज इक्वल टू 1000 लीटर एंड 1 लीटर इज इक्वल टू 1000 सेंटीमीटर क्यूब। ये आपां कॉपी दे विच एक जगह नोट कर लेना है। की नोट करना है, दैट 1 मीटर क्यूब इज इक्वल टू 1000 लीटर। जे आप 1000 नूं इधर ले जाके मल्टीप्लाई कर दिए तो 1 मीटर क्यूब इज इक्वल टू 1000 लीटर बन जाता है। एंड 1 लीटर इज इक्वल टू 1000 सेंटीमीटर क्यूब। नैक्सट जो आप फाइंड करना है स्पैसिफिक वेट। हुण स्पैसिफिक वेट का सानू फॉर्मूला पता है, दैट इज़ वेट ऑफ फ्लूइड डिवाइडेड बाय वॉल्यूम ऑफ फ्लूइड। हुण वेट कितना है 7 न्यूटन एंड वॉल्यूम कितना है, जां ते इत्थे तुसीं 1 लीटर लिख दो वो भी सही है, 1/1000 मीटर क्यूब लिख दो वो भी सही है। तो इन्हां ने ते आपां करांगे जी मीटर क्यूब नाल, ते आंसर आ जाएगा 7000 न्यूटन पर मीटर क्यूब। हुण नैक्सट है जी डेंसिटी फाइंड करन नूं क्या है। हुण डेंसिटी सानू पता है कि मास अपॉन वॉल्यूम हुंदा है, पर आपां ये भी देखा दैट W इज इक्वल टू रो जी। सानू इस केस दे विच W गिवन है, जी का सानू पता है, तो आपां ये वाला फॉर्मूला लगा के अपने क्वेश्चन नू आसान कर लाँगे, कैलकुलेशनस घट कर लाँगे। सो रो इज इक्वल टू W अपॉन जी। W इज इक्वल टू 7000 न्यूटन पर मीटर क्यूब and G is 9.81, so it comes out to be 713.5 kg per meter cube. And next is specific gravity. हुण specific gravity दा सानू फॉर्मूला पता है, that is density of liquid upon density of water। हुण जिवें कि 1 लीटर ऑफ लिक्विड की गल करता है, तो आपां पढ़िया सी कि लिक्विड के केस स्टैंडर्ड फ्लूइड साडा की है जी वाटर, एंड वाटर की डेंसिटी की है 1000 kg पर मीटर क्यूब। सो डेंसिटी ऑफ लिक्विड डिवाइडेड बाय डेंसिटी ऑफ वाटर, एंड डेंसिटी ऑफ लिक्विड इज़ ये आप फाइंड की है 713.5 kg पर मीटर क्यूब। सो 713.5 डिवाइडेड बाय 1000, सो इट कम्स आउट टू बी 0.7135। इसका की मतलब है कि जो साडा लिक्विड है वो पानी के मुकाबले 0.7135 गुना पारा है, मतलब पानी तो वो हल्का है। इसकी डेंसिटी कितनी है जी 713.5 kg पर मीटर क्यूब। पानी की कितनी है जी 1000 kg पर मीटर क्यूब। कि पानी पारा है तो ये हल्का है जी। हुण नैक्सट साडे कोल एक होर न्यूमेरिकल है, कैलकुलेट द डेंसिटी स्पैसिफिक वेट
एंड वेट ऑफ 1 लीटर ऑफ पेट्रोल और स्पैसिफिक ग्रैविटी 0.7। इस नुमैरिकल ਦੇ ਵਿੱਚ ਮੈਂ ਸਪੈਸ਼ਲ ਮੈਂਸ਼ਨ ਕਰਨਾ ਚਾਹਾਂਗਾ, ਇਸ ਦੇ ਵਿੱਚ ਆਪਾਂ ਡਾਇਰੈਕਟ ਫਾਰਮੂਲਾਸ ਡਾਇਰੈਕਟ ਇਕੁਏਸ਼ਨਸ ਯੂਜ਼ ਕੀਤੀਆਂ ਨੇ। ਤੁਸੀਂ ਕੀ ਕਰਨਾ ਹੈ, ਆਪਣੀ ਕਾਪੀ ਦੇ ਉੱਤੇ ਇਕੁਏਸ਼ਨਸ ਸਿੰਪਲ ਇਕੁਏਸ਼ਨਸ ਲਿਖਣੀਆਂ ਹੈ, ਦੈਨ ਡਰਾਈਵ ਕਰਨਾ ਹੈ, ਦੈਨ ਇਹ ਕੁਐਸਚਨ ਕਰਨਾ ਹੈ ਤੇ ਇਸ ਨੂੰ ਸਮਝਣਾ ਹੈ। ਹੁਣ ਦੇਖੋ 1 ਲੀਟਰ ਆਫ ਪੈਟਰੋਲ ਦੀ ਗੱਲ ਕਰਦਾ ਹੈ। ਪੈਟਰੋਲ ਵੈਸੇ ਤਾਂ ਗੈਸੋਲੀਨ ਹੁੰਦਾ ਹੈ, ਪਰ ਆਪਾਂ ਇਸ ਕੇਸ 'ਚ ਇਹਨੂੰ ਲਿਕੁਇਡ ਮੰਨਾਂਗੇ। ਤੇ 1 ਲੀਟਰ ਦੀ ਗੱਲ ਕਰਦਾ ਹੈ, ਵੋਲਿਊਮ ਗਿਵਨ ਹੈ 1 ਲੀਟਰ ਔਰ ਸਪੈਸੀਫਿਕ ਗ੍ਰੈਵਿਟੀ 0.7 ਤੇ ਸਪੈਸੀਫਿਕ ਗ੍ਰੈਵਿਟੀ ਵੀ ਸਾਨੂੰ ਗਿਵਨ ਹੈ 0.7। ਸਪੈਸੀਫਿਕ ਗ੍ਰੈਵਿਟੀ ਦਾ ਸਾਨੂੰ ਫਾਰਮੂਲਾ ਪਤਾ ਹੈ, specific gravity is equal to density of liquid divided by density of standard liquid, that is water। ਇਸ ਨਾਲ ਆਪਾਂ density find ਕਰਾਂਗੇ। ਸੋ ਸਭ ਤੋਂ ਪਹਿਲਾਂ given volume is equal to 1 liter, that is equal to 1000 centimeter cube or 1/1000 meter cube, ਜਿਵੇਂ ਕਿ ਆਪਾਂ ਪਹਿਲਾਂ ਦੇਖਿਆ। एंड स्पैसिफिक ग्रैविटी इज इक्वल टू 0.7। सब तो पहला डेंसिटी पूछते हैं तो डेंसिटी फाइंड करांगे जी। आपां सानू पता है स्पैसिफिक ग्रैविटी जिन्हों आपां एस नाल डिनोट करते हाँ, एस इज इक्वल टू डेंसिटी ऑफ लिक्विड डिवाइडेड बाय डेंसिटी ऑफ वाटर। जे आपां उस इक्वेशन नू रीअरेंज करिए तो डेंसिटी ऑफ liquid is equal to S into 1000, that is equal to 0.7 into 1000, that is equal to 700 kg per meter cube। ਹੁਣ ਦੇਖੋ 1 मीटर क्यूब ਦੇ ਵਿੱਚ ਪਾਣੀ ਕਿੰਨਾ ਸੀਗਾ 1000 kg, ਪਰ 1 मीटर क्यूब ਦੇ ਵਿੱਚ ਪੈਟਰੋਲ ਕਿੰਨਾ ਹੈ 700 kg। ਇਟ ਮੀਨਸ ਕਿ ਪੈਟਰੋਲ ਪਾਣੀ ਨਾਲੋਂ ਹਲਕਾ ਹੈ ਜੀ। ਨੈਕਸਟ ਕੀ ਪੁੱਛਦਾ ਹੈ ਜੀ, ਸਪੈਸੀਫਿਕ ਵੇਟ। ਹੁਣ ਸਪੈਸੀਫਿਕ ਵੇਟ W ਸਾਨੂੰ ਪਤਾ ਹੈ, ਇਸ ਦਾ ਫਾਰਮੂਲਾ ਹੈ ਜੀ ρ G। ਕਿ ਸਾਨੂੰ ρ ਆਫ ਪੈਟਰੋਲ ਪਤਾ ਹੈ G, ਇਹ ਆਪਾਂ ਫਾਈਂਡ ਕੀਤਾ ਹੈ। G ਯੂਨੀਵਰਸਲ ਕੌਂਸਟੈਂਟ ਹੈ, ਇਹ ਵੀ ਸਾਨੂੰ ਪਤਾ ਹੈ। ਤੇ ਆ ਜਾਏਗਾ ਜੀ ਇਜ਼ ਇਕੁਅਲ ਟੂ 700 ਇੰਟੂ 9.81, that is equal to 6867 न्यूटन पर मीटर क्यूब। नैक्सट वेट ऑफ पेट्रोल पुछते ने तो सानू पता है कि स्पैसिफिक वेट इज इक्वल टू वेट ऑफ फ्लूइड डिवाइडेड बाय वॉल्यूम ऑफ फ्लूइड। तो स्पैसिफिक वेट W सानू पहला ही पता है, आप फाइंड कर चुके हाँ। तो वेट सानू नहीं पता, वॉल्यूम भी सानू पता है। तो आप इस इक्वेशन के विच वैल्यूज़ नू पुट करांगे तो वेट ऑफ पेट्रोल आ जाएगा 6.867 न्यूटन। और नैक्सट फ्लूइड प्रॉपर्टी है जी साडे कोल विस्कोसिटी। हुण विस्कोसिटी नू आपां पहलां तो एग्जाम्पल नाल समझांगे, जिवें कि 3 फ्लूइड कंसीडर करिए आपां, वाटर, मस्टर्ड ऑयल एंड हनी। हुण वाटर पानी ਨੂੰ ਆਪਾਂ ਇੱਕ ਫਰਸ਼ 'ਤੇ ਬਹਾ ਦਈਏ ਤਾਂ ਉਹ ਕੀ ਕਰੇਗਾ, ਉਹਦੀ ਸਪੀਡ ਕੀ ਹੈ ज़्यादा है। तो उसे फर्श के उत्ते साइड ते आपां जे मस्टर्ड ऑयल सरों के तेल नूं बहा दईए, उसकी स्पीड की है घट है। तो उसे फर्श ते आपां जे शहद नूं बहा दईए तो उसकी स्पीड की है सब तो घट है। हुण है तो तीनों फ्लूइड ही ने, पर इन्हां दी फ्लोइंग कैपेसिटी च फर्क है। ये क्यों फ़र्क है, ये ड्यू टू विस्कोसिटी है। जिस फ्लूइड की विस्कोसिटी ज़्यादा उसकी फ्लूइडिबिलिटी घट है। हुण इस डायग्राम दे विच जे आपां देखिए ये की है सरफेस। हुण इस फ्लूइड सरफेस दे नाल चिपक के चल रहा है। जिवें जिवें आपां सरफेस तो दूर जाने हाँ उवें उवें फ्लूइड की वेलोसिटी वधदी जाती है। हुण आपां जे देखिए ये की है वेलोसिटी प्रोफाइल है। ये नीचे वाले लेयर की वेलोसिटी है u तो ऊपर वाले लेयर की वेलोसिटी है u प्लस du। इन्हां दे विच की है एक du
वेलोसिटी दा डिफरेंस है। इसका मतलब नीचे वाली लेयर स्लो है, ऊपर वाली लेयर फास्ट है, जिस दे कारण इन्हां दे विच एक रजिस्टेंस पैदा होएगी। एक की होएगा, एक रजिस्टेंट टू मूवमेंट। जिमें कि विस्कोसिटी की डेफिनेशन ही है, विस्कोसिटी इज़ डिफाइंड एज द प्रॉपर्टी ऑफ फ्लूइड विच ऑफर रजिस्टेंस टू द मूवमेंट ऑफ वन लेयर ऑफ फ्लूइड ओवर अनदर एडजेसेंट लेयर ऑफ फ्लूइड। हुण ये resistance along with viscosity along with this velocity gradient is the rate of change of velocity du upon dy। ये की करता है, एक shear stress टाउ shear stress पैदा करता है फ्लूइड दे विच, जिसदा जो कि डायरैक्टली प्रपोर्शनल है रेट ऑफ चेंज ऑफ वेलोसिटी दे। ते इसका फॉर्मूला है टाउ इज इक्वल टू म्यू इंटू डी यू अपॉन डी वाई। इत्थे म्यू की है जी, म्यू है डायनेमिक विस्कोसिटी और कोफिशेंट ऑफ डायनेमिक विस्कोसिटी। जे सिंपल विस्कोसिटी की गल करिए या डायनेमिक विस्कोसिटी की गल करिए, इसका मतलब की है जी, आपां म्यू की गल कर रहे हाँ। हुण नैक्सट आपां गल करांगे यूनिट्स ऑफ विस्कोसिटी दी। जिमें कि आप पिछे पढ़िया दैट म्यू इज इक्वल टू टाउ अपॉन डी यू अपॉन डी वाई। हुण जे आपां इस फॉर्मूले की तरह लिखिए की होएगा, म्यू इज इक्वल टू शीयर स्ट्रैस अपॉन चेंज ऑफ वेलोसिटी अपॉन चेंज ऑफ डिस्टेंस। हुण शीयर स्ट्रैस के की यूनिट ने जी, फोर्स अपॉन एरिया। चेंज ऑफ वेलोसिटी के की ने, लेंथ अपॉन टाइम। एक्चुअली जे वेलोसिटी के यूनिट लेंथ अपॉन टाइम ने, तो चेंज इन वेलोसिटी के भी लेंथ इन टाइम ही होणगे। जे डिस्टेंस के लेंथ है तो चेंज इन डिस्टेंस के भी लेंथ ही होणगे। जिमें आपां कह लीए कि जी साडी जो है जगह 1 फुट घट गई, पहला 66 फुट ही जी, हुण 65 फुट हो गई। जे उहदे लेंथ फुट ने तो वह फुट ही रहणगे, घटन च भी वधन च भी। तो जो आप फोर्स के यूनिट लिखिए दैट इज़ फोर्स एरिया लेंथ स्केयर, तो इस टर्म आप रीअरेंज करिए। तुसी की करना है, कॉपी पेन ते लिख के इस टर्म्स को रीअरेंज करके मैथेमैटिकल इक्वेशन खुद सोल्व करनी है। तो देखना है कि साडी मैथेमैटिकल इक्वेशन की जो फॉर्मूला इस स्लाइड दे विच गिवन है कि उस नाल मैच करता है। नैक्सट ਜਦੋਂ ਆਪਾਂ ਇਸ ਟਰਮ ਨੂੰ ਰੀਅਰੇਂਜ ਕਰ ਲਾਂਗੇ ਤੇ ਇਸ ਦੇ ਫਾਈਨਲ ਯੂਨਿਟ ਨਿਕਲ ਕੇ ਆਉਂਦੇ ਨੇ ਫੋਰਸ ਇਨਟੂ ਟਾਈਮ ਅਪੋਨ ਲੈਂਥ ਸਕੇਅਰ। ਹੁਣ ਜੇ ਆਪਾਂ ਫੋਰਸ ਦੀ ਗੱਲ ਕਰੀਏ ਐਸਆਈ ਯੂਨਿਟ 'ਚ, ਤੇ ਫੋਰਸ ਦੀ ਯੂਨਿਟ ਹੈ ਨਿਊਟਨ, ਟਾਈਮ ਸੈਕਿੰਡ, ਲੈਂਥ ਮੀਟਰ। ਜੇ ਆਪਾਂ ਸੀਜੀਐਸ ਦੀ ਟਰਮ 'ਚ ਗੱਲ ਕਰੀਏ ਤਾਂ ਫੋਰਸ ਡਾਈਨ, ਸੈਕਿੰਡ ਐਂਡ ਸੈਂਟੀਮੀਟਰ। So CGS unit of viscosity are dyne second per centimeter square, ਜਾਂ ਇਸ ਨੂੰ ਆਪਾਂ ਪੋਇਸ ਵੀ ਕਹਿ ਦਿੰਦੇ ਆ। ਤੇ ਐਸਾ ਯੂਨਿਟ ਕੀ ਬਣ ਗਏ, ਨਿਊਟਨ ਸੈਕਿੰਡ ਪਰ ਮੀਟਰ ਸਕੇਅਰ ਜਾਂ ਪਾਸਕਲ ਸੈਕਿੰਡ। ਤੇ ਨਿਊਟਨ ਪਰ ਮੀਟਰ ਸਕੇਅਰ ਨੂੰ ਕੀ ਕਹਿੰਦੇ ਨੇ, ਪਾਸਕਲ। ਤੇ ਸੈਕਿੰਡ ਇੱਕ ਐਡੀਸ਼ਨਲ ਆ ਗਿਆ ਤੇ ਕੀ ਕਹਾਂਗੇ, ਪਾਸਕਲ ਸੈਕਿੰਡ। ਤੇ ਜੇ ਆਪਾਂ ਇਸ ਨੂੰ ਮੈਥੇਮੈਟਿਕਲੀ ਸੋਲਵ ਕਰੀਏ तो की निकल के आता है जी, 1 पॉइस इज इक्वल टू 1/10 न्यूटन सैकेंड पर मीटर स्केयर, या 1 न्यूटन सैकेंड पर मीटर स्केयर इज इक्वल टू 1 पॉइस। नैक्सट है जी साडे कोल काइनामैटिक विस्कोसिटी। एक्चुअली इसनूं आपां म्यू न्यू दे नाल डोनेट करते हाँ। न्यू इज इक्वल टू विस्कोसिटी ऑफ फ्लूइड डिवाइडेड बाय डेंसिटी ऑफ फ्लूइड, दैट इज़ MU म्यू अपॉन रो। हुण जे आपां इहदे यूनिट्स की गल करिए तो न्यू दे की यूनिट्स होणगे, यूनिट्स ऑफ म्यू डिवाइडेड बाय यूनिट्स ऑफ रो। हुण म्यू की है, फोर्स इनटू टाइम डिवाइडेड बाय लेंथ स्केयर, एंड रो दे की यूनिट ने मास अपॉन लेंथ स्केयर, मास अपॉन वॉल्यूम। दैट इज़ इक्वल टू फोर्स इनटू टाइम अपॉन मास इनटू लेंथ। एक ही होता है आपस च इनका कैंसल आउट हो के ये साडे कोल प्रोडक्ट बचता है। जे आपां इसनूं रीअरेंज करिए, हुण की है आपां फोर्स दे यूनिट फिल कीते ने। हुण सानूं पता है फोर्स इज इक्वल टू मास इनटू एक्सरलेशन, F इज इक्वल टू MA न्यूटन सैकेंड लॉ।
ਹੁਣ ਮਾਸ ਦੀ ਯੂਨਿਟ ਤੇ ਮਾਸ ਹੀ ਨੇ kg, ਪਰ ਐਕਸਲਰੇਸ਼ਨ ਦੇ ਕੀ ਯੂਨਿਟਸ ਨੇ ਲੈਂਥ ਅਪੋਨ ਟਾਈਮ ਸਕੇਅਰ। ਹੁਣ ਜੇ ਆਪਾਂ ਇਸ ਪੂਰੀ ਟਰਮ ਨੂੰ ਰੀਅਰੇਂਜ ਕਰੀਏ ਤਾਂ ਸਾਡੇ ਕੋਲ ਬਚਦਾ ਹੈ ਲੈਂਥ ਸਕੇਅਰ ਅਪੋਨ ਟਾਈਮ। ਹੁਣ ਐਸ ਆਈ ਦੇ ਵਿੱਚ ਦੇਖੀਏ ਲੈਂਥ ਦੇ ਕੀ ਯੂਨਿਟ ਨੇ ਮੀਟਰ ਤੇ ਟਾਈਮ ਕੀ ਸੈਕਿੰਡ, ਤੇ ਐਸ ਆਈ ਚਾਹੇਗਾ ਮੀਟਰ ਸਕੇਅਰ ਪਰ ਸੈਕਿੰਡ ਐਂਡ ਸੀ ਜੀ ਐਸ ਚਾਹੇਗਾ ਸੈਂਟੀਮੀਟਰ ਸਕੇਅਰ ਪਰ ਟਾਈਮ। ਜਿਵੇਂ ਕਿ ਆਪਾਂ ਲਿਖਿਆ ਹੈ ਕਿ ਐਸ ਆਈ ਦੇ ਵਿੱਚ ਯੂਨਿਟਸ ਨੇ ਮੀਟਰ ਸਕੇਅਰ ਪਰ ਸੈਕਿੰਡ ਐਂਡ ਸੀ ਜੀ ਐਸ ਦੇ ਵਿੱਚ ਕੀ ਨੇ ਯੂਨਿਟ ਸੈਂਟੀਮੀਟਰ ਸਕੇਅਰ ਪਰ ਸੈਕਿੰਡ। ਪਰ ਸੀ ਡੀ ਐਸ ਦੇ ਵਿੱਚ ਕਾਈਨਾਮੈਟਿਕ ਵਿਸਕੋਸਿਟੀ ਨੂੰ ਆਪਾਂ ਸਟੋਕ ਨਾਲ ਰੀਪ੍ਰਜੈਂਟ ਕਰਦੇ ਹਾਂ, ਦੈਟ 1 ਸਟੋਕ ਇਜ਼ ਇਕੁਅਲ ਟੂ 1 ਸੈਂਟੀਮੀਟਰ ਸਕੇਅਰ ਪਰ ਸੈਕਿੰਡ। ਜੇ ਆਪਾਂ ਇਸ ਨੂੰ ਮੈਥੇਮੈਟਿਕਲੀ ਸੋਲਵ ਕਰੀਏ ਦੈਟ 1 ਸਟੋਕ ਇਜ਼ ਇਕੁਅਲ ਟੂ ਦੈਟ ਵਿਲ ਬਿਕਮ ਆਊਟ is equal to 10 raised to power minus 4 meter square per second। ਹੁਣ ਨੈਕਸਟ ਹੈ ਜੀ ਸਾਡੇ ਕੋਲ ਨਿਊਟਨਸ ਲਾਅ ਆਫ ਵਿਸਕੋਸਿਟੀ, ਜਿਹੜਾ ਕਿ ਇਸ ਫਾਰਮੂਲੇ ਦੇ ਉੱਤੇ ਬੇਸ ਹੈ, ਦੈਟ ਸ਼ੀਅਰ ਸਟ੍ਰੈਸ ਟਾਓ ਇਜ਼ ਇਕੁਅਲ ਟੂ ਮਿਊ ਇੰਟੂ ਡੀ ਯੂ ਅਪੋਨ ਡੀ ਵਾਈ। ਹੁਣ ਨਿਊਟਨਸ ਲਾਅ ਆਫ ਵਿਸਕੋਸਿਟੀ ਕੀ ਕਹਿੰਦਾ ਹੈ that shear stress tau is directly proportional to shear strain, that is du upon dy, ਜਿਵੇਂ ਕਿ ਆਪਾਂ ਪਿੱਛੇ ਵੀ ਪੜ੍ਹਿਆ ਹੈ, and constant of proportionality is mu। ਤੇ ਨਿਊਟਨ ਲਾਅ ਆਫ ਵਿਸਕੋਸਿਟੀ ਕੀ ਕਹਿੰਦਾ ਹੈ ਕਿ ਜਿਹੜਾ ਫਲੂਇਡ ਤੇ ਨਿਊਟਨ ਲਾਅ ਆਫ ਵਿਸਕੋਸਿਟੀ ਨੂੰ ਫੋਲੋ ਕਰਦਾ ਹੈ ਉਸ ਨੂੰ ਆਪਾਂ ਨਿਊਟੋਨੀਅਨ ਫਲੂਇਡ ਕਹਿੰਦੇ ਹਾਂ। ਜਿਹੜਾ ਇਹ ਵਾਲਾ ਫਾਰਮੂਲਾ ਫੋਲੋ ਨਹੀਂ ਕਰਦਾ ਹੈ ਜਾਂ ਨਿਊਟਨ ਲਾਅ ਆਫ ਵਿਸਕੋਸਿਟੀ ਨੂੰ ਫੋਲੋ ਨਹੀਂ ਕਰਦਾ ਹੈ ਉਸ ਨੂੰ ਆਪਾਂ ਨੋਨ ਨਿਊਟੋਨੀਅਨ ਫਲੂਇਡ ਕਹਿ ਦਿੰਦੇ ਹਾਂ। ਇਸ ਬਾਰੇ ਆਪਾਂ ਡਿਟੇਲ 'ਚ ਅੱਗੇ ਪੜ੍ਹਾਂਗੇ। ਨੈਕਸਟ ਹੈ ਜੀ ਵੇਰੀਏਸ਼ਨ ਆਫ ਵਿਸਕੋਸਿਟੀ ਵਿਦ ਟੈਂਪਰੇਚਰ। ਹੁਣ ਦੇਖੋ ਫਲੂਇਡ ਦੋ ਤਰ੍ਹਾਂ ਦੇ ਨੇ, ਇੱਕ ਹੈ ਲਿਕੁਇਡ ਇੱਕ ਹੈ ਗੈਸ। ਦੋਨਾਂ ਦੇ ਕੇਸ 'ਚ ਟੈਂਪਰੇਚਰ ਦਾ ਇਫੈਕਟ ਅਲੱਗ ਹੈ। ਹੁਣ ਜੀ ਆਪਾਂ ਹੁਣ ਜੋ ਵਿਸਕੋਸਿਟੀ ਹੁੰਦੀ ਹੈ ਨਾ ਫਲੂਇਡ ਦੇ ਵਿੱਚ ਉਹ ਦੋ ਤਰੀਕੇ ਨਾਲ ਹੁੰਦੀ ਹੈ, ਜਾਂ ਤਾਂ ਕੋਹੀਜਨ ਫੋਰਸਿਸ ਦੇ ਕਾਰਨ ਹੁੰਦੀ ਹੈ ਜਾਂ ਮੋਲੀਕਿਊਲਰ ਮੋਮੈਂਟਮ ਟਰਾਂਸਫਰ ਦੇ ਕਾਰਨ ਹੁੰਦੀ ਹੈ। ਜਿਵੇਂ ਲਿਖਿਆ ਹੈ ਟੈਂਪਰੇਚਰ ਇਫੈਕਟ ਦਾ ਵਿਸਕੋਸਿਟੀ ਆਫ ਲਿਕੁਇਡ ਡਿਕਰੀਜ਼ ਵਿਦ ਇੰਕਰੀਜ਼ ਇਨ ਆਫ ਟੈਂਪਰੇਚਰ ਵਾਈਲ ਦਾ ਵਿਸਕੋਸਿਟੀ ਆਫ ਗੈਸਿਸ ਇੰਕਰੀਜ਼ਿਜ਼ ਵਿਦ ਦਾ ਇੰਕਰੀਜ਼ ਇਨ ਟੈਂਪਰੇਚਰ। ਇਸ ਨੂੰ ਆਪਾਂ ਸਮਝਾਂਗੇ। ਹੁਣ ਹੁੰਦਾ ਕੀ ਹੈ, ਦੋ ਤਰ੍ਹਾਂ ਦੇ ਫੋਰਸਿਸ ਜੋ ਹੈ ਨਾ ਉਹ ਰਿਸਪੋਂਸੀਬਲ ਹੈ ਵਿਸਕੋਸਿਟੀ ਲਈ। ਫਸਟ ਇਜ਼ ਕੋਹੇਸਿਵ ਫੋਰਸਿਸ, ਅਨਦਰ ਇਜ਼ ਮੋਲੀਕਿਊਲਰ ਮੋਮੈਂਟਮ ਟਰਾਂਸਫਰ। ਹੁਣ ਲਿਕੁਇਡ ਦੇ ਕੇਸ 'ਚ ਕੀ ਹੈ, ਕੋਹੀਸਿਵ ਫੋਰਸਿਸ ਜ਼ਿਆਦਾ ਹੁੰਦੀਆਂ ਨੇ ਮੋਲੀਕਿਊਲਰ ਮੋਮੈਂਟਮ ਟਰਾਂਸਫਰ ਨਾਲੋਂ। ਹੁਣ ਜਿਵੇਂ ਆਪਾਂ ਟੈਂਪਰੇਚਰ ਵਧਾਉਂਦੇ ਹਾਂ ਲਿਕੁਇਡਸ ਦੇ ਵਿੱਚ ਤੇ ਕੀ ਹੁੰਦਾ ਹੈ, ਕੋਹੀਜਨ ਫੋਰਸਿਸ ਘੱਟ ਜਾਂਦੀਆਂ ਨੇ, ਜਿਸ ਕਰਕੇ ਲਿਕੁਇਡ ਦੀ ਵਿਸਕੋਸਿਟੀ ਘੱਟ ਜਾਂਦੀ ਹੈ। ਪਰ ਗੈਸਿਸ ਦੇ ਕੇਸ 'ਚ ਇਸ ਤੋਂ ਉਲਟਾ ਹੈ। ਉਸ ਦੇ ਕੇਸ 'ਚ ਕੀ ਹੈ ਜੀ, ਕੋਹੀਸਿਵ ਫੋਰਸਿਸ ਬਹੁਤ ਘੱਟ ਨੇ, ਸਮੋਲ ਨੇ, ਪਰ ਮੋਲੀਕਿਊਲਰ ਮੋਮੈਂਟਮ ਟਰਾਂਸਫਰ ਜਿਹੜਾ ਹੈ ਪ੍ਰੀਡੋਮੀਨੇਟ ਕਰਦਾ ਹੈ। ਹੁਣ ਇਸ ਦੇ ਕੇਸ 'ਚ ਕੀ ਹੈ, ਮੋਲੀਕਿਊਲ ਦੂਰ ਨੇ। ਜਦੋਂ ਆਪਾਂ ਟੈਂਪਰੇਚਰ ਵਧਾਈਏ ਤਾਂ ਮੋਲੀਕਿਊਲਰ ਇੱਕ ਦੂਸਰੇ ਵੱਲ ਭੱਜਦੇ ਨੇ, ਇੱਕ ਦੂਸਰੇ ਨਾਲ ਟਕਰਾਉਂਦੇ ਨੇ ਅਤੇ ਮੋਲੀਕਿਊਲਰ ਮੋਮੈਂਟਮ ਟਰਾਂਸਫਰ ਗੈਸ ਦਾ ਵੱਧ ਜਾਂਦਾ ਹੈ, ਜਿਸ ਕਾਰਨ ਉਸ ਦੀ ਵਿਸਕੋਸਿਟੀ ਵੱਧ ਜਾਂਦੀ ਹੈ ਜੀ। ਹੁਣ ਨੈਕਸਟ ਹੈ ਜੀ ਸਾਡੇ ਕੋਲ ਟਾਈਪਸ ਆਫ fluid। basically there are 5 type of fluid। first is ideal fluid। ਹੁਣ ਆਈਡੀਅਲ ਫਲੂਇਡ ਜਿਵੇਂ ਕਿ ਗ੍ਰਾਫ 'ਤੇ ਆਪਾਂ ਗੱਲ ਕਰੀਏ ਕਿ ਆਪਾਂ ਕੋਈ ਸਟ੍ਰੈਸ ਨਹੀਂ ਲਗਾ ਰਹੇ ਪਰ ਤਾਂ ਵੀ ਵੈਲੋਸਿਟੀ ਗ੍ਰੇਡੀਐਂਟ ਵੀ ਜ਼ੀਰੋ ਹੈ ਇਸ ਦਾ, ਦੈਟ ਇਜ਼ ਟਾਓ ਇਜ਼ ਇਕੁਅਲ ਟੂ 0 'ਤੇ ਵੀ ਫਲੂਇਡ ਫਲੋ ਕਰ ਰਿਹਾ ਹੈ। ਪਰ ਇਸ ਤਰ੍ਹਾਂ ਨਹੀਂ ਹੁੰਦਾ, ਜਿਵੇਂ ਕਿ ਕਹਿ ਦਿੰਦੇ ਨੇ ਜੀ ਆਈਡੀਅਲ ਫਲੂਇਡ ਇਨਕੰਪਰੈਸੀਬਲ ਹੈ, ਹੈਵਿੰਗ ਨੋ ਵਿਸਕੋਸਿਟੀ, ਪਰ ਇਸ ਤਰ੍ਹਾਂ ਨਹੀਂ ਹੁੰਦਾ। ਨੈਕਸਟ ਇਜ਼ ਦੀ ਰੀਅਲ ਫਲੂਇਡ ਵਿਚ ਪੋਜੈਸਿਸ ਕੰਪਰੈਸੀਬਿਲਿਟੀ ਐਂਡ ਹੈਵਿੰਗ ਵਿਸਕੋਸਿਟੀ। ਇਸ ਤਰ੍ਹਾਂ ਦੇ ਫਲੂਇਡ ਹੈ ਨੇ ਦੁਨੀਆ ਦੇ ਵਿੱਚ, ਅਤੇ ਕਿਹੜੇ ਨੇ? ਸਭ ਤੋਂ ਪਹਿਲਾਂ ਹੈ ਜੀ ਨਿਊਟੋਨੀਅਨ ਫਲੂਇਡ, ਜਿਹੜੇ ਕਿ ਨਿਊਟਨਸ ਲਾਅ ਆਫ ਵਿਸਕੋਸਿਟੀ ਨੂੰ ਫੋਲੋ ਕਰਦੇ ਨੇ। ਟਾਓ ਇਜ਼ ਇਕੁਅਲ ਟੂ ਮਿਊ ਇੰਟੂ ਡੀ ਯੂ ਅਪੋਨ ਡੀ ਵਾਈ ਨੂੰ ਫੋਲੋ ਕਰਦੇ ਨੇ। ਇਹ ਇੱਕ ਸਟ੍ਰੇਟ ਲਾਈਨ ਗ੍ਰਾਫ ਬਣਾਉਂਦੇ ਨੇ ਕਿ ਜੇ ਆਪਾਂ ਇਹਨਾਂ
ਸ਼ੀਅਰ ਸਟ੍ਰੈਸ ਲਗਾਵਾਂਗੇ ਤੇ ਇਸ ਦੇ ਕੋਰਸਪੋਂਡਿੰਗ ਸਾਡੇ ਕੋਲ ਵੈਲੋਸਿਟੀ ਗ੍ਰੇਡੀਐਂਟ ਵੀ ਕੁਛ ਨਾ ਕੁਛ ਆਏਗਾ। ਨੈਕਸਟ ਇਜ਼ ਜੀ ਨੋਨ ਨਿਊਟੋਨੀਅਨ ਫਲੂਇਡ। ਹੁਣ ਨੋਨ ਨਿਊਟੋਨੀਅਨ ਫਲੂਇਡ ਕਿਹੜੇ ਨੇ ਜਿਹੜੇ ਨਿਊਟਨਸ ਲਾਅ ਆਫ ਵਿਸਕੋਸਿਟੀ ਨੂੰ ਫੋਲੋ ਨਹੀਂ ਕਰਦੇ ਨੇ। ਸ਼ੀਅਰ ਸਟ੍ਰੈਸ ਤੇ ਵੈਲੋਸਿਟੀ ਗ੍ਰੇਡੀਐਂਟ ਦਾ ਗ੍ਰਾਫ ਇਸ ਕੇਸ 'ਚ ਸਟ੍ਰੇਟ ਨਹੀਂ ਆਏਗਾ, ਕਰਵ ਆ ਸਕਦਾ ਜਾਂ ਕੁਛ ਵੀ ਆ ਸਕਦਾ। ਨੈਕਸਟ ਇਜ਼ ਦੀ ਆਈਡੀਅਲ ਪਲਾਸਟਿਕ ਫਲੂਇਡ। ਹੁਣ ਆਈਡੀਅਲ ਪਲਾਸਟਿਕ ਫਲੂਇਡ ਕੀ ਹੈ ਆਪਾਂ ਗ੍ਰਾਫ ਤੋਂ ਸਮਝਾਂਗੇ ਕਿ ਜਦੋਂ ਆਪਾਂ ਥੋੜਾ ਸ਼ੀਅਰ ਸਟ੍ਰੈਸ ਲਗਾਵਾਂਗੇ ਉਸ ਤੋਂ ਬਾਅਦ ਇਹ ਫਲੂਇਡ ਨੇ ਫਲੋ ਕਰਨਾ ਸ਼ੁਰੂ ਕਰਨਾ ਹੈ, ਜਿਵੇਂ ਕਿ ਪੇਸਟ ਹੋ ਗਈ, ਪ੍ਰਿੰਟਰ ਇੰਕ ਹੋ ਗਈ, ਇਹ ਇਸ ਤਰ੍ਹਾਂ ਦੇ ਫਲੂਇਡ ਨੇ। ਹੁਣ ਨੈਕਸਟ ਸਾਡੇ ਕੋਲ ਨੂਮੈਰੀਕਲ ਪ੍ਰੋਬਲਮ ਹੈ, that is if the velocity distribution over a plate is given by u is equal to 2 by 3 y minus y square, in which u is the velocity in meter per second at a distance y meter above the plate, determine the shear stress at y is equal to 0 and y is equal to 0.15 meter. Take dynamic viscosity of fluid as 8.36 poises। ਹੁਣ ਕੁਐਸਚਨ ਨੂੰ ਸਮਝਾਂਗੇ। ਸਭ ਤੋਂ ਪਹਿਲਾਂ ਕਹਿੰਦਾ ਹੈ ਕਿ u is equal to 2 by 3 y minus y square। ਇਹਨਾਂ ਨੇ ਆਪਾਂ u ਦੀ ਵੇਰੀਏਸ਼ਨ y ਦੇ ਨਾਲ ਸਾਨੂੰ ਦੇ ਦਿੱਤੀ ਹੈ। u ਦੀ ਵੇਰੀਏਸ਼ਨ ਉਹ ਅਲੋਂਗ ਦੀ y ਦੇ ਦਿੱਤੀ ਹੈ ਕਿ ਪਲੇਟ ਤੋਂ ਜਦੋਂ ਸਾਡਾ ਫਲੂਇਡ ਦੂਰ ਦੂਰ ਹੈ ਤੇ ਉਸ ਦੀ ਵੈਲੋਸਿਟੀ ਕੀ ਹੈ, ਕਿਸ ਤਰ੍ਹਾਂ ਚੇਂਜ ਹੋ ਰਹੀ ਹੈ। ਤੇ u ਇਜ਼ ਇਨ ਮੀਟਰ ਪਰ ਸੈਕਿੰਡ। ਮੀਟਰ ਪਰ ਸੈਕਿੰਡ ਮਤਲਬ SI ਯੂਨਿਟ ਦੇ ਵਿੱਚ ਗੱਲ ਕਰ ਰਿਹਾ ਹੈ। ਐਟ ਅ ਡਿਸਟੈਂਸ y ਮੀਟਰ ਅਬਵ ਦਾ ਪਲੇਟ, determine shear stress at y is equal to 0 and y is equal to 0.15 meter। ਮਤਲਬ y is equal to 0 ਪਲੇਟ ਦੇ ਬਿਲਕੁਲ ਨਾਲ ਦੀ ਗੱਲ ਕਰ ਰਿਹਾ ਹੈ ਤੇ y is equal to 0.15 ਮੀਟਰ ਪਲੇਟ ਤੋਂ 0.15 ਮੀਟਰ ਦੂਰ ਗੱਲ ਕਰ ਰਿਹਾ ਹੈ ਕਿ ਇੱਥੇ ਸ਼ੀਅਰ ਸਟ੍ਰੈਸ ਕਿੰਨੀ ਹੈ ਤੇ ਪਲੇਟ ਦੇ ਬਿਲਕੁਲ ਨਾਲ ਸ਼ੀਅਰ ਸਟ੍ਰੈਸ ਕਿੰਨੀ ਹੈ। ਤੇ ਐਂਡ ਟੇਕ ਡਾਇਨਾਮਿਕ ਵਿਸਕੋਸਿਟੀ ਆਫ ਫਲੂਇਡ ਐਜ਼ 8.63 ਪੋਇਸਿਸ। ਪੋਇਸਿਸ ਇਹ CGS 'ਚ ਦੇ ਦਿੱਤੀ ਹੈ। ਇਸ ਨੂੰ ਆਪਾਂ ਨੂੰ 10 ਦੇ ਨਾਲ ਡਿਵਾਈਡ ਕਰਕੇ ਇਸ ਨੂੰ SI ਯੂਨਿਟ ਦੇ ਵਿੱਚ ਕਨਵਰਟ ਕਰਨਾ ਪੜੇਗਾ। ਹੁਣ ਤੁਹਾਨੂੰ ਪਤਾ ਹੈ ਸ਼ੀਅਰ ਸਟ੍ਰੈਸ ਪੁੱਛਦਾ ਹੈ, ਜਿਵੇਂ ਸ਼ੀਅਰ ਸਟ੍ਰੈਸ ਪੁੱਛਦਾ ਹੈ, ਸ਼ੀਅਰ ਸਟ੍ਰੈਸ ਦਾ ਫਾਰਮੂਲਾ ਕੀ ਹੈ, ਟਾਊ ਇਜ਼ ਇਕੁਅਲ ਟੂ ਮਿਊ ਇੰਟੂ DU ਅਪੋਨ DY। ਹੁਣ ਸਾਨੂੰ u ਗਿਵਨ ਹੈ ਪਰ DU ਅਪੋਨ DY ਨਹੀਂ ਗਿਵਨ, ਉਹ ਆਪਾਂ ਫਾਈਂਡ ਕਰਾਂਗੇ। ਆਪਾਂ ਕੀ ਕਰਾਂਗੇ, u ਜੋ ਵੀ ਹੈ ਉਸ ਦੀ ਡਿਫਰੈਂਸ਼ੀਏਸ਼ਨ ਕਰ ਦਾਂਗੇ ਵਿਦ ਰਿਸਪੈਕਟ ਟੂ y, ਦੈਟ DU ਅਪੋਨ DY। ਤਾਂ ਸਾਡੇ ਕੋਲ ਇਹ ਟਰਮ ਵਿਦ ਰਿਸਪੈਕਟ ਟੂ y ਡਿਫਰੈਂਸ਼ੀਏਟ ਕਰਕੇ ਇਹ ਬਣ ਜਾਏਗੀ। ਇਹਨਾਂ ਤੇ ਬੇਸਿਕ ਮੈਥਮੈਟਿਕਸ ਆਉਂਦਾ ਹੀ ਹੋਏਗਾ ਸਾਰਿਆਂ ਨੂੰ। ਫਿਰ ਕੀ ਕਰਨਾ ਹੈ, ਸਾਨੂੰ ਟਾਓ ਐਟ 0 ਚਾਹੀਦਾ ਹੈ। ਮਿਊ ਤੇ ਚੇਂਜ ਹੋਣਾ ਨਹੀਂ ਪਰ DU ਅਪੋਨ DY ਦੀ ਵੈਲਿਊ ਚੇਂਜ ਹੋਣੀ ਹੈ, ਡਿਪੈਂਡ ਕਰਦਾ ਹੈ y ਕਿੰਨਾ ਹੈ। ਆਪਾਂ DU ਅਪੋਨ DY ਐਟ y ਇਜ਼ ਇਕੁਅਲ ਟੂ 0 ਫਾਈਂਡ ਕਰ ਲੈਣਾ ਹੈ। y ਦੀ ਵੈਲਿਊ ਕੀ ਕਰ ਦੇਣੀ ਹੈ, ਇਸ ਇਕੁਏਸ਼ਨ ਦੇ ਵਿੱਚ 0 ਰੱਖ ਦੇਣੀ ਹੈ। ਜਦੋਂ ਆਪਾਂ ਇਸ ਇਕੁਏਸ਼ਨ ਦੇ ਵਿੱਚ y ਦੀ ਵੈਲਿਊ 0 ਰੱਖ ਦੇਵਾਂਗੇ ਤਾਂ ਸਾਡੇ ਕੋਲ ਵੈਲਿਊ ਆ ਜਾਂਦੀ ਹੈ DU ਅਪੋਨ DY ਦੀ 0.667। ਸਿਮਿਲਰਲੀ DU upon DY at y is equal to 0.15 is equal to 0.367. The value of mu is equal to 8.63 poise, that is equal to 8.63 divided by 10 in SI unit as we have discussed earlier, that is equal to 0.863 Newton second per meter square. We have to put that values of DU upon DY at y is equal to 0 in this equation, that tau is equal to 0 is equal to mu into DU upon DY at y is equal to 0 is equal to 0.863 into DU upon DY at y is equal to 0 that we have already calculated, and we will get our tau is equal to 0, that is equal to 0.5756 Newton per meter square. Similarly ਆਪਾਂ tau at y is equal to 0.5 ਵੀ find ਕਰ ਲਾਂਗੇ, that tau is at
y is equal to 0.15 is equal to mu into du upon dy at y is equal to 0.15 ਤੇ ਆਪਾਂ ਵੈਲਿਊਜ਼ ਨੂੰ ਪੁੱਟ ਕਰ ਲਵਾਂਗੇ ਤੇ ਇੱਕ ਸਾਡੇ ਕੋਲ ਆਨਸਰ ਆ ਜਾਏਗਾ 0.3167 ਨਿਊਟਨ ਪਰ ਮੀਟਰ ਸਕੁਅਰ। ਹੁਣ ਨੈਕਸਟ numerical problem है जी साढ़े कोल a plate 0.025 mm distance from a fixed plate moves at 60 centimeter per second and require a force of 2 Newton per unit area, that is 2 Newton per meter square, to maintain this speed. Determine the fluid viscosity between the plates। ਹੁਣ numerical च given की है कि दो प्लेट्स ने, एक प्लेट की है फिक्सड है, उस दे उत्ते एक प्लेट फ्लूइड दे विच मूव कर रही है एट अ डिस्टेंस ऑफ 0.025 mm ते इस मूविंग प्लेट दी वेलोसिटी कितनी है जी 60 सेंटीमीटर पर सैकेंड। ते कहते ने कि इन्हां दोनों प्लेटां दे विच जो फ्लूइड है उस दी विस्कोसिटी फाइंड करो। ਹੁਣ ਕੀ ਹੈ ਜੀ ਵਿਸਕੋਸਿਟੀ ਫਾइंड ਕਰਨ ਦੇ ਲਈ ਸਾਨੂੰ ਇਹ ਫਾਰਮੂਲਾ ਲਗਾਉਣਾ ਪਏਗਾ that tau is equal to mu into du upon dy। ਹੁਣ ਆਪਾਂ ਇਹ ਦੇਖਣਾ ਹੈ ਕਿ ਇਸ ਦੇ ਵਿੱਚ ਸਾਨੂੰ ਕੀ ਗਿਵਨ ਹੈ। tau shear stress ਜੋ ਕਿ ਗਿਵਨ ਹੈ that is 2 Newton per meter square कि इन्नी फोर्स लगाने ਦੇ ਨਾਲ स्पीड इस प्लेट की कॉन्सटेंट रही है दैट टाओ सानू गिवन है। म्यू विस्कोसिटी आप फाइंड करनी है। डी यू मतलब फिक्सड प्लेट ते मूविंग प्लेट दे विच रैलेटिव वेलोसिटी कितनी है। इसकी तो वेलोसिटी 0 ही है, इसकी वेलोसिटी 60 सेंटीमीटर पर सैकेंड है तो यू -0 आएगा जी। तो डी वाई इन्होंने दोनों प्लेटों के डिस्टेंस कितना है जी, तो सानू पता ही है इन्हों के डिस्टेंस कितना है 0.025 mm। तो न्यूमेरिकल स्टार्ट करते हैं। सब तो पहला डिस्टेंस बिटवीन प्लेट्स dy इज इक्वल टू 0.025 mm। जे आप इसनू रीअरेंज करिए दैट इज़ 0.025 इंटू 10⁻³ मीटर आ जाएगा। आप सब कुछ कोशिश करते हैं कि SI यूनिट के विच ही करिए। velocity of upper plate that is u is equal to 60 centimeter per second that is equal to 0.6 meter per second जे आप यूनिट कन्वर्जन इससे करिए। that force on upper plate that is equal to 2.0 Newton per meter square that is equal to tau, and by applying this formula and calculating the value of du that is u -0 that is equal to 0.60 meter per second and change in distance that is dy is equal to 0.025 into 10⁻³ meter and force tau is equal to 2 Newton per meter square, and putting these value into this formula and we will get this equation। and after solving this equation for the value of mu we will get the value of mu is equal to 8.33 into 10⁻⁻5 Newton second per meter square। ये तो आ गया जी साढ़े को SI यूनिट के विच। पर जे आप इन्होंने GS यूनिट्स के विच लिखना है या पॉइस के विच लिखना है दैट इज़ इक्वल टू 8.33 into 10⁻⁻4 पॉइस। नैक्सट टॉपिक है जी साढ़े कोल कंप्रैसिबिलिटी एंड बल्क मॉडुलस। बेसिकली कंप्रैसिबिलिटी ते बल्क मॉडुलस एक दूसरे दे रेसिप्रोकल ने। हुण कंप्रैसिबिलिटी समझांगे कि आपां चीज़ नूं किन्ना कंप्रैस कर सकते हाँ। जिवें कि मान लो एक सिलेंडर है जिस दे विच गैस है तो उस दे उत्ते प्रैशर P लग रहा है। जदों प्री प्रैशर लग रहा है तो सिलेंडर का वॉल्यूम या गैस का वॉल्यूम V है। इसनों आपां V मान लैंदे आ की है जी V है। फिर की किता आपां थोड़ा जा प्रैशर वधाया जी, DP प्रैशर वधाया। हुण एक्चुअल का प्रैशर कितना है, पहला तो P सी
डी पी एडिशनल प्रैशर है तो टोटल प्रैशर कितना हो गया जी पी प्लस डी पी। ਹੁਣ ਤੁਹਾਨੂੰ ਪਤਾ ਹੈ ਕਿ ਗੈਸ ਦੇ ਉੱਪਰ ਜੇ ਆਪਾਂ ਪ੍ਰੈਸ਼ਰ ਵਧਾਵਾਂਗੇ ਤਾਂ ਗੈਸ ਦਾ ਵੋਲੀਅਮ ਘਟ ਜਾਏਗਾ ਤੇ ਕਿੰਨਾ ਘਟ ਗਿਆ ਜੀ ਵੋਲੀਅਮ ਡੀ ਵੀ ਵੋਲੀਅਮ ਘਟ ਗਿਆ ਜੀ। ਸੋ that V is equal to volume of gas enclosed in the cylinder and P is the pressure that we have applied on the gas। ਹੁਣ ਕੀ ਹੈ ਆਪਾਂ ਪ੍ਰੈਸ਼ਰ ਵਧਾਇਆ ਡੀ ਤੇ ਟੋਟਲ ਪ੍ਰੈਸ਼ਰ ਕਿੰਨਾ ਹੋ ਗਿਆ ਜੀ P plus dP ਤੇ ਵੋਲੀਅਮ ਕਿੰਨਾ ਹੋ ਗਿਆ ਜੀ ਗੈਸ ਦਾ ਉਸ ਟਾਈਮ V minus dV। so increase in pressure is dP and decrease in volume is dV and volumetric strain कि किन्ना वॉल्यूम चेंज होया दैट इज़ चेंज इन वॉल्यूम अपॉन ओरिजिनल वॉल्यूम दैट इज़ डी वी अपॉन वी। माइनस साइन की शो करता है कि डिक्रीज़ होया है वॉल्यूम। तो बल्क मॉडुलस डेफिनेशन देखो बल्क मॉडुलस इज़ डिफाइंड एज द रेशियो ऑफ कंप्रेसिव स्ट्रेस टू वॉल्यूमेट्रिक स्ट्रेन। हुण जो ये स्ट्रेन आई है ये तो डी पी प्रैशर नाल ही आई है। पहला प्रैशर पी सीगा वॉल्यूम वी सीगा कोई स्ट्रेन नहीं। ਹੁਣ ਆਪਾਂ ਡੀ ਪ੍ਰੈਸ਼ਰ ਲਗਾਇਆ ਹੈ ਡੀ ਪ੍ਰੈਸ਼ਰ ਲਗਾਉਣ ਦੇ ਨਾਲ ਕਿੰਨਾ ਵੋਲੀਓਮੈਟ੍ਰਿਕ ਸਟ੍ਰੇਨ ਆਇਆ ਹੈ ਇੰਨਾ ਆਇਆ ਹੈ ਤੇ ਬਲਕ ਮੋਡੂਲਸ ਦਾ ਫਾਰਮੂਲਾ ਹੈ ਇੰਕਰੀਜ਼ ਆਫ ਪ੍ਰੈਸ਼ਰ ਡਿਵਾਈਡਡ ਬਾਈ ਵੋਲੀਓਮੈਟ੍ਰਿਕ ਸਟ੍ਰੇਨ ਡੀਪੀ ਅਪੋਨ ਮਾਈਨਸ ਡੀਵੀ ਅਪੋਨ ਵੀ। ਇਸ ਨੂੰ ਆਪਾਂ ਰੀਅਰੇਂਜ ਕਰਕੇ ਇਸ ਤਰ੍ਹਾਂ ਲਿਖ ਸਕਦੇ ਹਾਂ दैट इज़ इक्वल टू के एंड कंप्रेसिबिलिटी इज़ इक्वल टू 1/k। ਹੁਣ ਨੈਕਸਟ ਹੈ ਜੀ ਸਾਡੇ ਕੋਲ ਸਰਫੇਸ ਟੈਂਸ਼ਨ। ਹੁਣ ਜਿਵੇਂ ਕਿ ਇਸ ਪਿਕਚਰ ਦੇ ਵਿੱਚ ਸਾਨੂੰ ਦਿਸ ਰਿਹਾ ਹੈ ਕਿ ਲੋਹੇ ਦੀ ਪਿੰਨ ਪਾਣੀ ਦੇ ਉੱਤੇ ਤੈਰ ਰਹੀ ਹੈ ਪਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਪਾਣੀ ਦੀ ਡੈਂਸਿਟੀ ਘੱਟ ਹੈ ਲੋਹੇ ਦੀ ज़्यादा है पर ਲੋਹੇ ਦੀ ਪਿੰਨ ਪਾਣੀ ਦੇ ਉੱਤੇ ਤੈਰ ਕਿਉਂ ਰਹੀ ਹੈ ਸੋਚਣ ਵਾਲੀ ਗੱਲ ਹੈ। तो इसका जवाब है जी सरफेस टेंशन। हुण सरफेस टेंशन आप समझने हुण बेस मान लो कि एक ही है जो ब्लैक आउटलाइन है एक ही है कंटेनर है एक जिसकी वॉल है ग्लास की तो इस दे विच की है जी लिक्विड है। हुण लिक्विड दे विच की हुंदा है कोहेसिव फोर्सिस हुंदी ने जे सेम वाटर मोलीक्यूल है तो उस दे विच की होणगियां कोहेसिव फोर्सिस होणगियां कि जिहड़ी कि मोलीक्यूल नूं आपन दे वल खिंचदियां ने। हुण जिवें सेंटर वाला वाटर का मोलीक्यूल है तो इसके चारे पासे वाटर के मोलीक्यूल्स ने जिहड़े कि इस सेंटर वाले मोलीक्यूल नूं अपने वल खिंचणगे जी। तो हर डायरैक्शन च फोर्स लग रही है जिसके कारण फोर्सिस की हो जांदियां ने कैंसल आउट हो जांदियां ने तो ये वाले मोलीक्यूल ते नैट फोर्स कितनी हो जाती है 0 हो जाती है। पर जिस तरह आप सरफेस के वल आने हाँ देखो हुण सरफेस के उत्ते जिहड़ा ये मोलीक्यूल है इस ते नीचे वालियां फोर्सां ते लग रही हैं पर उत्ते जो है एयर दे मोलीक्यूल है वाटर दे मोलीक्यूल नहीं है तो इस करके उत्ते वाले मोलीक्यूल इसनूं पूरे जोर नाल खिंच नहीं सकते जिस करके नैट डाउनवर्ड फोर्स साडे कोल रह जांदी है। तो ये की करदी है कि पानी की उतली फिल्म के उत्ते एक नैट डाउनवर्ड फोर्स लगा के रखती है जिस करके वाटर या कोई भी लिक्विड के सरफेस के उत्ते एक फिल्म जी क्रिएट हो जाती है ड्यू टू सरफेस टेंशन जिस करके ये छोटियां या घट भार वालियां चीज़ां उस दे उत्ते तैरदियां रहिंदियां ने। हुण सरफेस टेंशन दी डेफिनेशन जे आपां देखांगे देखो सरफेस टेंशन इज़ डिफाइंड एज द टेंसाइल फोर्स एक्टिंग ऑन द सरफेस ऑफ अ लिक्विड in contact with gas or on the surface between two immiscible liquids such that the contact surface behave like a membrane under tension। की हुंदा है एक टेंशन फोर्स क्रिएट हो जाती है टॉप सरफेस ते जिस दे कारण टॉप सरफेस एक फिल्म की तरह बिहेव करती है। तो इस दे विच आपां ये भी देखना चाहांगे कि कोहीजन फोर्सिस ते एडहेजन फोर्सिस। कोहीजन फोर्सिस की हुंदियां ने जिवें पानी का मोलीक्यूल तो पानी के मोलीक्यूल दे विच आपस दे विच इंट्रैक्शन या आपस दे विच एक अट्रैक्टिव फोर्स नूं आपां की कह दिंदे हां कोहीजन कह दिंदे हां जो कि बहुत स्ट्रोंग हुंदी है। तो एडहेजन की है कि जो अलग लिक्विड जिमें पानी गैस पानी ऑयल पानी कैरोसिन की
ਆਪਣੇ ਤੋਂ ਅਲੱਗ ਕਿਸੇ ਮੋਲੀਕਿਊਲ ਨਾਲ ਅਟਰੈਕਸ਼ਨ ਫੋਰਸ ਹੋਣੀ ਉਸਨੂੰ ਕੀ ਕਹਿ ਦਿੰਦੇ ਆ ਜੀ ਆਪਾਂ ਐਡਹੈਜ਼ਨ ਕਹਿ ਦਿੰਦੇ ਆ ਜੀ। ਹੁਣ ਨੈਕਸਟ ਹੈ ਜੀ ਸਾਡੇ ਕੋਲ ਕੈਪੀਲੈਰਿਟੀ। ਹੁਣ ਕੈਪੀਲੈਰਿਟੀ ਕੀ ਹੈ? ਹੁਣ ਜਿਵੇਂ ਕਿ ਆਪਾਂ ਕਿਸੇ ਲੈਂਪ ਦੀ ਐਗਜ਼ਾਮਪਲ ਲੈ ਲਈਏ। ਹੁਣ ਲੈਂਪ ਦੇ ਵਿੱਚ ਤੇ ਜੋ ਆਇਲ ਹੈ, ਜੋ ਵੀ ਬਰਨਿੰਗ ਆਇਲ ਹੈ, ਉਹ ਤੇ ਨੀਚੇ ਹੁੰਦਾ ਹੈ ਪਰ ਉਸ ਦੀ ਫਲੇਮ ਉੱਤੇ ਜਗਦੀ ਹੈ। ਸੋਚਣ ਵਾਲੀ ਗੱਲ ਹੈ, ਕਿਉਂ? ਹੁਣ ਜਿਵੇਂ ਇੱਕ ਸਿਲੰਡਰ ਹੈ, ਸਿਲੰਡਰ ਦੇ ਅੱਗੇ ਬ੍ਰਾਂਚਿਸ ਨੇ ਜਿਸ ਦਾ ਡਾਇਆਮੀਟਰ ਕੀ ਕੀਤਾ ਹੈ ਆਪਾਂ ਛੋਟਾ ਕੀਤਾ ਹੈ। ਇਹ ਇਸ ਤੋਂ ਛੋਟਾ ਹੈ ਜੀ, ਇਹ ਉਸ ਤੋਂ ਛੋਟਾ ਹੈ, ਇਹ ਸਭ ਤੋਂ ਘੱਟ ਹੈ। ਪਰ ਹੁਣ ਜੇ ਪਾਸਕਲ ਲੋ ਦੀ ਗੱਲ ਕਰੀਏ ਆਪਾਂ ਅੱਗੇ ਪੜ੍ਹਾਂਗੇ ਤੇ ਦੈਟ ਪ੍ਰੈਸ਼ਰ ਐਟ ਹੋਰੀਜ਼ੈਂਟਲ ਲੈਵਲ ਸ਼ੁੱਡ ਬੀ ਸੇਮ। ਪ੍ਰੈਸ਼ਰ ਜੋ ਹੈ ਜਾਂ ਇਹਨਾਂ ਦਾ ਲੈਵਲ ਦੇਖਣ 'ਚ ਤੇ ਕੀ ਹੋਣਾ ਚਾਹੀਦਾ ਸੀ? ਸੇਮ ਹੋਣਾ ਚਾਹੀਦਾ ਸੀ। ਪਰ ਇਸ ਟਿਊਬ 'ਚ ਲਿਕੁਇਡ ਇਸ ਨਾਲੋਂ ਉੱਤੇ ਹੈ, ਇਸ ਦੇ ਵਿੱਚ ਇਸ ਨਾਲੋਂ ਉੱਤੇ ਹੈ, ਅਤੇ ਸਭ ਤੋਂ ਪਤਲੀ ਟਿਊਬ ਇਸ ਵਿੱਚ ਸਭ ਤੋਂ ਜ਼ਿਆਦਾ ਲੈਵਲ ਹੈ। ਇੱਦਾਂ ਕਿਉਂ ਹੈ ਕਿ ਲਿਕੁਇਡ ਜਾਂ ਫਲੂਇਡ ਸਾਡਾ ਗ੍ਰੈਵਿਟੀ ਦੇ ਅਗੇਂਸਟ ਵਰਕ ਕਿਉਂ ਕਰ ਰਿਹਾ ਹੈ? ਇਹ ਤਾਂ ਇੱਕ ਐਗਜ਼ਾਮਪਲ ਹੋ ਗਈ। ਹੁਣ ਜਿਵੇਂ ਦੇਖੋ ਇਹ ਸ਼ੂਗਰ ਕਿਊਬਸ ਰੱਖੇ ਹੋਏ ਨੇ ਇੱਕ ਪਲੇਟ ਦੇ ਵਿੱਚ, ਜਿਸ ਦੇ ਵਿੱਚ ਆਪਾਂ ਇੱਕ ਕਲਰਡ ਲਿਕੁਇਡ ਇਨਸਰਟ ਕਰ ਦਿੱਤਾ। ਹੁਣ ਕਲਰਡ ਲਿਕੁਇਡ ਤੇ ਨੀਚੇ ਨੀਚੇ ਹੀ ਰਹਿਣਾ ਚਾਹੀਦਾ ਸੀ, ਪਰ ਸ਼ੂਗਰ ਕਿਊਬਸ ਦੇ ਥਰੂ ਇਹ ਲਿਕੁਇਡ ਅਪਵਰਡ ਫਲੋ ਕਰ ਰਿਹਾ ਹੈ, ਅਗੇਂਸਟ ਦੀ ਗ੍ਰੈਵਿਟੀ ਕੰਮ ਕਰ ਰਿਹਾ ਹੈ। ਕਿਉਂ? ਹੁਣ ਇਹ ਤੇ ਹੋ ਗਿਆ ਕਿ ਰਾਈਜ਼। ਹੁਣ ਜੇ ਆਪਾਂ ਮਰਕਰੀ ਦੇ ਵਿੱਚ ਇੱਕ ਪਤਲੀ ਟਿਊਬ ਨੂੰ ਡਿਪ ਕਰ ਦਈਏ ਤੇ ਸਰਾਊਂਡਿੰਗ ਸਰਫੇਸ ਨਾਲੋਂ ਮਰਕਰੀ ਨੀਚੇ ਚਲੀ ਜਾਂਦੀ ਹੈ। ਇਸ ਚੀਜ਼ ਨੂੰ ਕਹਿੰਦੇ ਹਾਂ ਆਪਾਂ ਕੈਪੀਲੈਰਿਟੀ। ਸਭ ਤੋਂ ਪਹਿਲਾਂ ਤਾਂ ਕੈਪੀਲੈਰਿਟੀ ਦੀ ਆਪਾਂ ਡੈਫੀਨੇਸ਼ਨ ਦੇਖਦੇ ਹਾਂ। ਦੇਖੋ that capillarity is defined as a phenomena of rise or fall of liquid surface relative to the adjacent journal level of liquid in a small tube when the tube is held vertical in a liquid। ਹੁਣ ਇਹ ਬੇਸਿਕਲੀ ਹੁੰਦਾ ਕਿ ਕਿਉਂ ਹੈ? ਪੋਰਸ ਦੇ ਕਾਰਨ। ਹੁਣ ਸ਼ੂਗਰ ਕਿਊਬਸ ਦੇ ਵਿੱਚ ਵੀ ਕੀ ਨੇ? ਪੋਰਸ ਨੇ, ਛੋਟੇ ਛੋਟੇ ਪੋਰਸ ਨੇ। ਹੁਣ ਇਸ ਦੇ ਵਿੱਚ ਜੋ ਇੱਕ ਕੋਟਨ ਦੀ ਫਿਲਮ ਲੱਗੀ ਹੋਈ ਹੈ, ਜੋ ਕਿ ਫਲੂਇਡ ਨੂੰ ਜਾਂ ਆਇਲ ਨੂੰ, ਬਰਨਿੰਗ ਆਇਲ ਨੂੰ ਆਪਣੇ ਪੋਰਸ ਦੇ ਥਰੂ ਅਪਵਰਡ ਡਾਇਰੈਕਸ਼ਨ 'ਚ ਮੂਵ ਕਰਦੇ ਨੇ, ਅਤੇ ਆਪਾਂ ਇੱਥੇ ਇਸ ਨੂੰ ਬਰਨ ਕਰਦੇ ਹਾਂ ਅਤੇ ਲਾਈਟ ਜਲਦੀ ਹੈ। ਇਸ ਦੇ ਵਿੱਚ ਵੀ ਕੀ ਹੈ? ਜਿੱਦਾਂ ਜਿੱਦਾਂ ਹੋਲ ਛੋਟਾ ਹੋਈ ਜਾ ਰਿਹਾ, ਟਿਊਬ ਛੋਟੀ ਹੋਈ ਜਾ ਰਹੀ ਹੈ, ਰਾਈਜ਼ ਵੱਧਦਾ ਜਾ ਰਿਹਾ ਹੈ। ਅਤੇ ਇਸ ਦਾ ਮਤਲਬ ਕੀ ਹੈ ਕਿ ਰਾਈਜ਼ ਜਾਂ ਫੋਲ ਟਿਊਬ ਦੇ ਸਾਈਜ਼ 'ਤੇ, ਪੋਰ ਦੇ ਸਾਈਜ਼ 'ਤੇ ਡਿਪੈਂਡ ਕਰੇਗਾ, ਜਾਂ ਕਿਸ 'ਤੇ ਇਹ ਹੋਰ ਵੀ ਚੀਜ਼ਾਂ 'ਤੇ ਡਿਪੈਂਡ ਕਰਦਾ ਹੈ, ਜਿਵੇਂ ਕਿ ਸਪੈਸੀਫਿਕ ਵੇਟ ਆਫ ਲਿਕੁਇਡ, ਡਾਇਆਮੀਟਰ ਆਫ ਟਿਊਬ ਐਂਡ ਸਰਫੇਸ ਟੈਂਸ਼ਨ ਆਫ ਲਿਕੁਇਡ। ਹੁਣ ਹੁੰਦਾ ਕੀ ਹੈ ਕਿ ਮੋਲੀਕੂਲਰ ਐਡਹੈਜ਼ਨ, ਕੋਹੀਜ਼ਨ ਅਤੇ ਜੋ ਲਿਕੁਇਡ ਹੈ ਕੰਟੇਨਰ ਦੇ ਵਿੱਚ, ਉਸ ਦਾ ਟਿਊਬ ਦੇ ਮਟੀਰੀਅਲ ਦੇ ਨਾਲ ਕਿਸ ਤਰ੍ਹਾਂ ਦਾ ਇੰਟਰੈਕਸ਼ਨ ਹੈ, ਉਹਨਾਂ ਚੀਜ਼ਾਂ 'ਤੇ ਇਹ ਡਿਪੈਂਡ ਕਰਦਾ ਹੈ ਕਿ ਕੈਪੀਲਰੀ ਰਾਈਜ਼ ਹੋਏਗਾ ਜਾਂ ਫੋਲ ਹੋਏਗਾ। ਜੇ ਹੋਏਗਾ ਤਾਂ ਕਿੰਨਾ ਹੋਏਗਾ, ਅਤੇ ਇਸ ਨੂੰ ਆਪਾਂ ਸੈਂਟੀਮੀਟਰ ਜਾਂ MM ਆਫ ਲਿਕੁਇਡ ਨਾਲ ਰੀਪ੍ਰਜੈਂਟ ਕਰਦੇ ਹਾਂ। ਹੁਣ ਨੈਕਸਟ ਟੋਪਿਕ ਹੈ ਜੀ ਸਾਡੇ ਕੋਲ ਵੇਪਰ ਪ੍ਰੈਸ਼ਰ। ਉਸ ਤੋਂ ਪਹਿਲਾਂ ਸਾਨੂੰ ਵੇਪਰਾਈਜੇਸ਼ਨ ਪੜ੍ਹਨਾ ਜ਼ਰੂਰੀ ਹੈ। ਜਦੋਂ ਵੀ ਕੋਈ ਲਿਕੁਇਡ ਗੈਸੀਅਸ ਫੋਰਮ ਦੇ ਵਿੱਚ ਚੇਂਜ ਹੁੰਦਾ ਹੈ, ਹੁਣ ਤੁਹਾਨੂੰ ਪਤਾ ਹੈ ਕਿ ਤੁਸੀਂ ਜੇ ਪਾਣੀ ਨੂੰ ਬੋਇਲ ਕਰੋ ਤਾਂ ਉਸਦੀ ਭਾਫ ਬਣ ਜਾਂਦੀ ਹੈ, ਮਤਲਬ ਲਿਕੁਇਡ ਗੈਸ 'ਚ ਕਨਵਰਟ ਹੋ ਰਿਹਾ। that is a change from the liquid state to the gaseous state is known as vaporization। ਉਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ ਜੀ? ਵੇਪਰਾਈਜੇਸ਼ਨ। ਅਤੇ ਵੇਪਰ ਪ੍ਰੈਸ਼ਰ ਨੂੰ ਇਸ ਡਾਇਗਰਾਮ ਦੇ ਨਾਲ ਆਪਾਂ ਸਮਝਾਂਗੇ ਕਿ ਮੰਨ ਲਓ ਨੋਰਮਲੀ ਵੀ ਕੀ ਹੁੰਦਾ ਹੈ ਜੀ? ਵਾਟਰ ਇਵੈਪੋਰੇਟ ਕਰਦਾ ਰਹਿੰਦਾ ਹੈ ਜ਼ਮੀਨ, ਪੱਤਿਆਂ 'ਚੋਂ, ਸਮੁੰਦਰ 'ਚੋਂ, ਜਾਂ ਜਿੱਥੇ ਜਿੱਥੇ ਵੀ ਵਾਟਰ ਅਵੇਲੇਬਲ ਹੈ। ਹੁਣ ਮੰਨ ਲਓ ਕਿ ਇੱਕ ਕੰਟੇਨਰ ਹੈ ਜਿਸ ਦੇ ਵਿੱਚ ਕੀ ਹੈ ਜੀ? ਲਿਕੁਇਡ ਹੈ, ਜੋ ਕਿ ਨੈਚੁਰਲੀ ਇਵੈਪੋਰੇਟ ਹੋ ਰਿਹਾ ਹੈ। ਅਤੇ ਇਸ ਦਾ ਵੇਪਰ ਪ੍ਰੈਸ਼ਰ ਕਿੰਨਾ ਹੈ? ਜੇ ਆਪਾਂ ਇਸ ਦੇ ਉੱਤੇ ਇੱਕ ਬਲੋਕ ਲਗਾ ਦਈਏ, ਜਾਂ ਇੱਕ ਕਹਿ ਲਓ ਕਿ ਢੱਕਣ ਲਗਾ ਦਈਏ, ਜਿਸ ਦੇ ਨਾਲ ਇਹ ਕੀ ਕਰੇਗਾ? ਵੇਪਰਾਈਜੇਸ਼ਨ ਨੂੰ ਰੋਕੇਗਾ।
ਜਿੰਨਾ ਪ੍ਰੈਸ਼ਰ ਇਸ ਲਿਕੁਇਡ ਦੇ ਵੇਪਰ ਪਾਰਟੀਕਲਸ ਇਸ ਢੱਕਣ ਦੇ ਉੱਤੇ ਲਗਾ ਰਹੇ ਨੇ ਉਸ ਨੂੰ ਕੀ ਕਹਿੰਦੇ ਆ ਜੀ ਆਪਾਂ ਵੇਪਰ ਪ੍ਰੈਸ਼ਰ। ਥੈਂਕ ਯੂ।